ਬਹੁਤ ਪੁਰਾਣੇ ਸਮੇਂ ਦੀ ਗੱਲ ਹੈ ਕਿ ਇੱਕ ਲੜਕਾ ਸੀ। ਉਹਦੇ ਪਿਤਾ ਦੀ ਮੌਤ ਹੋ ਚੁੱਕੀ ਸੀ, ਪਰ ਉਹ ਚਾਹੁੰਦਾ ਸੀ ਕਿ ਉਹਦੇ ਪਿਤਾ ਜੀ ਸਵਰਗ ਹੀ ਜਾਣ, ਨਰਕ ਨਾ ਜਾਣ। ਉਸਨੇ ਪਿੰਡ ਦੇ ਵੱਡੇ ਵੱਡੇ ਵਿਦਵਾਨਾਂ, ਪੰਡਤਾਂ ਸਾਰਿਆਂ ਕੋਲ ਜਾ ਕੇ ਪਤਾ ਕੀਤਾ ਕਿ ਐਸਾ ਕੋਈ ਉਪਾਅ ਹੈ ਜਿਸ ਨਾਲ ਮੇਰੇ ਪਿਤਾ ਸਵਰਗ ਹੀ ਜਾਣ। ਸਾਰੇ ਪੰਡਤ, ਸਾਰੇ ਸਾਧੂ ਉਸ ਨੂੰ ਇਸ ਦੇ ਬਾਰੇ ਅਲੱਗ-ਅਲੱਗ ਦੱਸ ਰਹੇ ਸੀ ਅਤੇ ਅਲੱਗ-ਅਲੱਗ ਤਰ੍ਹਾਂ ਦੇ ਉਪਾਅ ਕਰਨ ਬਾਰੇ ਕਹਿ ਰਹੇ ਸੀ, ਪਰ ਕੋਈ ਤਸੱਲੀ ਨਹੀਂ ਦੇ ਰਿਹਾ ਸੀ। ਇਸ ਕਰਕੇ ਉਸ ਦਾ ਮਨ ਸ਼ਾਂਤ ਨਹੀਂ ਹੋਇਆ। ਉਸ ਨੂੰ ਕਿਸੇ ਤੋਂ ਵੀ ਤਸੱਲੀ ਨਾ ਮਿਲੀ। ਉਸ ਨੂੰ ਆਪਣੇ ਪਿਤਾ ਦੇ ਸਵਰਗ ਜਾਣ ਦੀ ਪੂਰੀ ਗਰੰਟੀ ਚਾਹੀਦੀ ਸੀ। ਉਸ ਨੂੰ ਇਹ ਗਰੰਟੀ ਕੋਈ ਸਾਧੂ, ਕੋਈ ਪੰਡਤ ਨਹੀਂ ਦੇ ਸਕਿਆ। ਫਿਰ ਉਸ ਨੂੰ ਪਤਾ ਲੱਗਿਆ ਕਿ ਨਾਲ ਦੇ ਪਿੰਡ ਮਹਾਤਮਾ ਬੁੱਧ ਆਏ ਹੋਏ ਹਨ, ਤਾਂ ਉਹ ਮਹਾਤਮਾ ਬੁੱਧ ਜੀ ਕੋਲ ਗਿਆ। ਮਹਾਤਮਾ ਬੁੱਧ ਜੀ ਨੇ ਆਪਣਾ ਡੇਰਾ ਇੱਕ ਵਿਸ਼ਾਲ ਤਲਾਬ ਦੇ ਕਿਨਾਰੇ ਲਾਇਆ ਹੋਇਆ ਸੀ। ਲੜਕਾ ਜਾ ਕੇ ਮਹਾਤਮਾ ਜੀ ਦੇ ਪੈਰਾਂ ਵਿੱਚ ਡਿੱਗ ਪਿਆ ਅਤੇ ਉਹਨਾਂ ਦੇ ਪੈਰਾਂ ਨੂੰ ਕੱਸ ਕੇ ਫੜ ਲਿਆ ਅਤੇ ਉਹਨਾਂ ਨੂੰ ਕਹਿਣ ਲੱਗਾ ਕਿ ਮੇਰੇ ਪਿਤਾ ਜੀ ਦੀ ਮੌਤ ਹੋ ਗਈ ਹੈ ਮਹਾਤਮਾ ਜੀ, ਮੈਂ ਇਹ ਚਾਹੁੰਦਾ ਹਾਂ ਕਿ ਉਹ ਪੱਕੇ ਸਵਰਗ ਹੀ ਜਾਣ, ਉਹਨਾਂ ਨੂੰ ਨਰਕ ਨਾ ਜਾਣਾ ਪਵੇ। ਮਹਾਤਮਾ ਜੀ ਬੋਲਦੇ ਇਸ ਤੋਂ ਪਹਿਲਾਂ ਉਹੀ ਬੋਲਣ ਲੱਗ ਗਿਆ ਕਿ ਤੁਸੀਂ ਮੈਨੂੰ ਨਾ ਨਹੀਂ ਕਹਿਣਾ ਹੈ। ਸਾਡੇ ਇੱਥੇ ਇੱਕ ਪਰੰਪਰਾ ਹੈ, ਜੇ ਤੁਹਾਡੇ ਕੋਲ ਕੋਈ ਮਦਦ ਦੇ ਲਈ ਆਉਂਦਾ ਹੈ ਤਾਂ ਤੁਸੀਂ ਉਸ ਨੂੰ ਨਾ ਨਹੀਂ ਕਰਦੇ, ਤੁਰੰਤ ਹੀ ਹਾਂ ਕਰ ਦਿੰਦੇ ਹੋ। ਅਤੇ ਇਸ ਦਾ ਮਤਲਬ ਇਹ ਹੈ ਕਿ ਤੁਸੀਂ ਮੈਨੂੰ ਮਨਾ ਨਹੀਂ ਕਰ ਸਕਦੇ, ਤੁਹਾਨੂੰ ਮੇਰਾ ਇਹ ਕੰਮ ਕਰਨਾ ਹੀ ਹੋਵੇਗਾ। ਤਾਂ ਮਹਾਤਮਾ ਜੀ ਬੋਲੇ ਕਿ ਹੁਣ ਮੈਂ ਕੀ ਕਰਾਂ, ਤੂੰ ਤਾਂ ਮੈਨੂੰ ਦੁਵਿਧਾ ਵਿੱਚ ਹੀ ਪਾ ਦਿੱਤਾ ਏ। ਹੁਣ ਮੈਂ ਤੈਨੂੰ ਨਾ ਵੀ ਨਹੀਂ ਕਰ ਸਕਦਾ, ਇਸ ਲਈ ਤੂੰ ਘਰ ਜਾ ਅਤੇ ਆਪਣੇ ਘਰੋਂ ਵਾਪਸ ਆ ਕੇ ਤਲਾਬ ਵਿੱਚ ਡੁਬਕੀ ਲਗਾ ਅਤੇ ਫਿਰ ਇੱਕ ਮਿੱਟੀ ਦਾ ਬਰਤਨ ਲਵੀਂ, ਉਹਦੇ ਵਿੱਚ ਅੱਧੇ ਪੱਥਰ ਅਤੇ ਅੱਧਾ ਮੱਖਣ ਭਰ ਲਵੀਂ ਅਤੇ ਫਿਰ ਉਸ ਨੂੰ ਇੱਕ ਕੱਪੜੇ ਨਾਲ ਲਪੇਟ ਦੇਵੀਂ ਅਤੇ ਮੇਰੇ ਕੋਲ ਲੈ ਆਵੀਂ। ਫਿਰ ਮੈਂ ਦੇਖਦਾ ਹਾਂ ਕਿ ਮੈਂ ਕੀ ਕਰ ਸਕਦਾ ਹਾਂ ਤੇਰੇ ਪਿਤਾ ਦੇ ਸਵਰਗ ਜਾਣ ਦੇ ਲਈ। ਉਹ ਲੜਕਾ ਆਪਣੇ ਘਰ ਗਿਆ ਅਤੇ ਇੱਕ ਛੋਟਾ ਜਿਹਾ ਮਿੱਟੀ ਦਾ ਬਰਤਨ ਲੈ ਕੇ ਉਹਦੇ ਵਿੱਚ ਪੱਥਰ ਅਤੇ ਮੱਖਣ ਪਾਉਣ ਲੱਗਾ। ਫਿਰ ਉਹਦੀ ਮਾਂ ਬੋਲੀ ਕਿ ਆਪਣੇ ਪਿਤਾ ਦੇ ਲਈ ਐਡਾ ਛੋਟਾ ਭਾਂਡਾ ਲੈ ਕੇ ਆਇਆ ਹੈ ਤੂੰ, ਤੈਨੂੰ ਇਸ ਤੋਂ ਵੱਡਾ ਬਰਤਨ ਨਹੀਂ ਮਿਲਿਆ। ਫਿਰ ਉਹ ਲੜਕਾ ਸ਼ਹਿਰ ਗਿਆ, ਉੱਥੋਂ ਜਾ ਕੇ ਇੱਕ ਵੱਡਾ ਘੜਾ ਲੈ ਕੇ ਆਇਆ ਅਤੇ ਫਿਰ ਉਹਦੇ ਵਿੱਚ ਅੱਧੇ ਪੱਥਰ ਅਤੇ ਅੱਧਾ ਮੱਖਣ ਭਰ ਕੇ ਕੱਪੜੇ ਨਾਲ ਬੰਨ੍ਹ ਕੇ ਪਾਣੀ ਵਿੱਚ ਡੁਬਕੀ ਲਗਾ ਕੇ ਮਹਾਤਮਾ ਜੀ ਕੋਲ ਪਹੁੰਚਿਆ। ਉਹ ਘੜਾ ਇੰਨਾ ਭਾਰੀ ਸੀ ਕਿ ਉਸ ਨੂੰ ਰਾਹ ਵਿੱਚ ਲੈ ਜਾਂਦੇ ਸਮੇਂ ਬਹੁਤ ਪਰੇਸ਼ਾਨੀ ਹੋਈ। ਫਿਰ ਮਹਾਤਮਾ ਜੀ ਨੇ ਕਿਹਾ ਕਿ ਤੈਨੂੰ ਇਸ ਤਲਾਬ ਦੇ 3 ਚੱਕਰ ਲਗਾਉਣੇ ਪੈਣਗੇ, ਇਸ ਨੂੰ ਪਰਿਕਰਮਾ ਕਹਿੰਦੇ ਨੇ। ਤਾਂ ਫਿਰ ਉਹ ਲੜਕਾ ਇੰਨਾ ਭਾਰੀ ਘੜਾ ਲੈ ਕੇ ਤਲਾਬ ਦੇ ਚੱਕਰ ਲਗਾਉਣ ਲੱਗਾ। ਉਸ ਨੂੰ ਚੱਲਣ ਵਿੱਚ ਬੜੀ ਕਠਿਨਾਈ ਹੋ ਰਹੀ ਸੀ, ਪਰ ਉਹ ਮਨ ਹੀ ਮਨ ਇਹ ਸੋਚ ਰਿਹਾ ਸੀ ਕਿ ਮੈਂ ਇਹ ਸਭ ਆਪਣੇ ਪਿਤਾ ਦੇ ਸਵਰਗ ਜਾਣ ਦੇ ਲਈ ਕਰ ਰਿਹਾ ਹਾਂ। ਉਸਨੇ ਹਿੰਮਤ ਜੁਟਾ ਕੇ ਚੱਕਰ ਲਗਾਉਣੇ ਸ਼ੁਰੂ ਕਰ ਦਿੱਤੇ। ਜਦੋਂ ਚੱਕਰ ਸਮਾਪਤ ਹੋ ਗਏ ਤਾਂ ਮਹਾਤਮਾ ਜੀ ਦੇ ਸਾਹਮਣੇ ਆ ਕੇ ਖੜਾ ਹੋ ਗਿਆ। ਮਹਾਤਮਾ ਜੀ ਨੇ ਉਸ ਦੀ ਹਾਲਤ ਦੇਖੀ ਅਤੇ ਉਸ ਨੂੰ ਕਿਹਾ ਕਿ ਹੁਣ ਬਸ ਤੂੰ ਇਸ ਘੜੇ ਨੂੰ ਲੈ ਕੇ ਪਾਣੀ ਵਿੱਚ ਚਲਾ ਜਾ। ਜਦੋਂ ਤੱਕ ਪਾਣੀ ਤੇਰੇ ਗਲ ਤੱਕ ਨਹੀਂ ਆਉਂਦਾ ਉਦੋਂ ਤੱਕ ਅੱਗੇ ਵੱਧਦਾ ਜਾ। ਉਹ ਪਾਣੀ ਦੇ ਅੰਦਰ ਤੱਕ ਚਲਾ ਗਿਆ। ਮਹਾਤਮਾ ਜੀ ਨੇ ਕਿਹਾ ਹੁਣ ਹੌਲੀ ਹੌਲੀ ਘੜੇ ਨੂੰ ਪਾਣੀ ਦੇ ਵਿੱਚ ਛੱਡ ਦੇ। ਘੜਾ ਪਾਣੀ ਵਿੱਚ ਗਿਆ ਅਤੇ ਡੁੱਬ ਗਿਆ। ਤਾਂ ਫਿਰ ਮਹਾਤਮਾ ਜੀ ਨੇ ਇੱਕ ਮੋਟੀ ਸੋਟੀ ਚੁੱਕੀ ਅਤੇ ਉਸ ਲੜਕੇ ਕੋਲ ਸੁੱਟੀ ਅਤੇ ਕਿਹਾ ਕਿ ਇਸ ਸੋਟੀ ਨਾਲ ਇੱਕ ਝਟਕੇ ਵਿੱਚ ਇਸ ਘੜੇ ਨੂੰ ਤੋੜ ਦੇ। ਉਹ ਲੜਕਾ ਬਹੁਤ ਹੀ ਥੱਕ ਚੁੱਕਿਆ ਸੀ, ਇਸ ਲਈ ਇੱਕ ਝਟਕੇ ਵਿੱਚ ਉਹਦੇ ਲਈ ਘੜਾ ਤੋੜਨਾ ਬਹੁਤ ਮੁਸ਼ਕਿਲ ਸੀ, ਪਰ ਉਸ ਦਾ ਪਿਤਾ ਸਵਰਗ ਜਾ ਰਿਹਾ ਹੈ, ਇਸ ਲਈ ਉਹ ਹਾਰ ਨਹੀਂ ਮੰਨ ਸਕਦਾ ਸੀ। ਤਾਂ ਫਿਰ ਮਹਾਤਮਾ ਜੀ ਨੇ ਕਿਹਾ ਕਿ ਜਦੋਂ ਤੂੰ ਇਸ ਨੂੰ ਇੱਕ ਝਟਕੇ ਨਾਲ ਤੋੜੇਂਗਾ, ਜੇਕਰ ਪੱਥਰ ਉੱਪਰ ਆ ਕੇ ਤੈਰਨ ਲੱਗੇ ਅਤੇ ਮੱਖਣ ਡੁੱਬ ਗਿਆ ਤਾਂ ਸਮਝ ਜਾਵੀਂ ਤੇਰੇ ਪਿਤਾ ਸਵਰਗ ਚਲੇ ਗਏ ਨੇ, ਪਰ ਜੇ ਪੱਥਰ ਡੁੱਬ ਗਏ ਅਤੇ ਮੱਖਣ ਉੱਪਰ ਆ ਗਿਆ ਤਾਂ ਮੈਂ ਕੁਝ ਨਹੀਂ ਕਰ ਪਾਵਾਂਗਾ। ਪਰ ਜਦੋਂ ਲੜਕੇ ਨੇ ਘੜੇ ਨੂੰ ਤੋੜਿਆ ਤਾਂ ਪੱਥਰ ਡੁੱਬ ਗਏ ਅਤੇ ਮੱਖਣ ਉੱਪਰ ਆ ਗਿਆ। ਲੜਕਾ ਬੁਰੀ ਤਰ੍ਹਾਂ ਨਿਰਾਸ਼ ਹੋ ਗਿਆ ਅਤੇ ਪਾਣੀ ਵਿੱਚੋਂ ਬਾਹਰ ਆ ਕੇ ਆਪਣੇ ਘਰਾਂ ਨੂੰ ਤੁਰਨ ਲੱਗਾ। ਤਾਂ ਉਦੋਂ ਹੀ ਉਹਦੇ ਮਨ ਵਿੱਚ ਵਿਚਾਰ ਆਇਆ। ਉਸਨੇ ਮਹਾਤਮਾ ਜੀ ਨੂੰ ਕਿਹਾ ਕਿ ਤੁਸੀਂ ਕਿਹਾ ਕਿ ਮੱਖਣ ਡੁੱਬੇਗਾ ਅਤੇ ਪੱਥਰ ਤੈਰਨਗੇ, ਪਰ ਇਹ ਕਿਸ ਤਰ੍ਹਾਂ ਸੰਭਵ ਹੋ ਸਕਦਾ ਹੈ? ਕੁਦਰਤ ਦੇ ਨਿਯਮ ਹੀ ਐਸੇ ਹਨ ਕਿ ਪੱਥਰ ਡੁੱਬਦੇ ਨੇ ਅਤੇ ਮੱਖਣ ਤੈਰਦਾ ਹੈ। ਕੀ ਤੁਸੀਂ ਮੈਨੂੰ ਧੋਖਾ ਦਿੱਤਾ? ਤਾਂ ਫਿਰ ਮਹਾਤਮਾ ਜੀ ਨੇ ਕਿਹਾ ਕਿ ਹੁਣ ਤੈਨੂੰ ਕੁਦਰਤ ਦੇ ਨਿਯਮ ਯਾਦ ਆ ਰਹੇ ਨੇ, ਹੁਣ ਤੈਨੂੰ ਨਿਯਮਾਂ ਦੀ ਸਮਝ ਵੀ ਆਈ ਗਈ ਹੋਵੇਗੀ, ਹੁਣ ਤਾਂ ਕੋਈ ਸਮੱਸਿਆ ਹੀ ਨਹੀਂ ਰਹੀ। ਜੇ ਤੇਰੇ ਪਿਤਾ ਮੱਖਣ ਦੀ ਤਰ੍ਹਾਂ ਅਰਥਾਤ ਸਾਫ਼ ਸੁਥਰੇ ਅਤੇ ਸੁੱਚੇ ਹਨ ਤਾਂ ਉਹ ਉੱਪਰ ਯਾਨੀ ਸਵਰਗ ਜਾਣਗੇ, ਪਰ ਜੇ ਉਹ ਪੱਥਰ ਦੀ ਤਰ੍ਹਾਂ ਨੇ ਤਾਂ ਫਿਰ ਉਹ ਨੀਚੇ ਯਾਨੀ ਨਰਕ ਜਾਣਗੇ। ਇਸ ਵਿੱਚ ਮੈਂ ਕੀ ਕਰ ਸਕਦਾ, ਨਾਲੇ ਤੂੰ ਵੀ ਕੀ ਕਰ ਸਕਦਾ ਹੈ? ਇਹ ਤਾਂ ਸਭ ਉਹਨਾਂ ਦੇ ਕਰਮਾਂ 'ਤੇ ਨਿਰਭਰ ਕਰਦਾ ਹੈ ਜੋ ਉਹਨਾਂ ਨੇ ਆਪਣੀ ਜ਼ਿੰਦਗੀ ਵਿੱਚ ਕੀਤੇ ਹਨ। ਜੇ ਉਹਨਾਂ ਨੇ ਚੰਗੇ ਕਰਮ ਕੀਤੇ ਹਨ ਤਾਂ ਉਹ ਸਵਰਗ ਜਾਣਗੇ, ਜੇ ਮਾੜੇ ਕੀਤੇ ਹਨ ਤਾਂ ਉਹ ਨਰਕ ਜਾਣਗੇ। ਹੁਣ ਮੋਰਲ ਆਫ ਦਾ ਸਟੋਰੀ ਦੋਸਤੋ, ਇਸ ਕਹਾਣੀ ਤੋਂ ਸਾਨੂੰ ਕੀ ਸਿੱਖਿਆ ਮਿਲਦੀ ਹੈ ਕਿ ਜ਼ਿੰਦਗੀ ਵਿੱਚ ਹਮੇਸ਼ਾ ਚੰਗੇ ਕਰਮ ਕਰਨੇ ਚਾਹੀਦੇ ਹਨ, ਮਾਲਕ ਦਾ ਨਾਮ ਜਪਣਾ ਚਾਹੀਦਾ ਹੈ, ਹਮੇਸ਼ਾ ਉਹਦੀ ਰਜ਼ਾ ਵਿੱਚ ਰਹਿ ਕੇ ਜ਼ਿੰਦਗੀ ਬਤੀਤ ਕਰਨੀ ਚਾਹੀਦੀ ਹੈ। ਸੋ ਦੋਸਤੋ, ਤੁਹਾਨੂੰ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਿਓ। ਜੇ ਚੰਗੀ ਲੱਗੀ ਤਾਂ ਅੱਗੇ ਸ਼ੇਅਰ ਵੀ ਜ਼ਰੂਰ ਕਰਿਓ। ਜਲਦੀ ਮਿਲਦੇ ਹਾਂ ਇੱਕ ਨਵੀਂ ਮੋਟੀਵੇਸ਼ਨਲ ਵੀਡੀਓ ਦੇ ਨਾਲ। ਤਦ ਤੱਕ ਲਈ ਧੰਨਵਾਦ।